ਹੈਲੋ ਫਰੈਂਡਸ, ਵੈਲਕਮ ਟੂ ਮੈਗਨੀਫੀਸੈਂਟ ਲਰਨਿੰਗ ਕੰਪਲੀਟ CDP ਕੋਰਸ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਕਰਨ ਜਾ ਰਹੇ ਹਾਂ ਬੱਚਾ ਕੇਂਦਰਿਤ ਸਿੱਖਿਆ ਅਤੇ ਪ੍ਰਗਤੀਸ਼ੀਲ ਸਿੱਖਿਆ ਕੀ ਹੁੰਦੀ ਹੈ। ਟੀਚਰ ਸੈਂਟਰਡ ਐਜੂਕੇਸ਼ਨ ਤੇ ਲਰਨਰ ਸੈਂਟਰਡ ਐਜੂਕੇਸ਼ਨ ਦੇ ਵਿੱਚ ਕੀ ਅੰਤਰ ਹੈ ਉਸ ਨੂੰ ਅਸੀਂ ਸਮਝਾਂਗੇ। ਪ੍ਰਗਤੀਸ਼ੀਲ ਸਿੱਖਿਆ ਕੀ ਹੈ, ਬਾਲ ਕੇਂਦਰਿਤ ਸਿੱਖਿਆ ਦੇ ਕਿਹੜੇ-ਕਿਹੜੇ ਸਿਧਾਂਤ ਨੇ ਔਰ ਜੌਨ ਡਿਊਵੀ ਕੌਣ ਸੀ, ਉਹਨਾਂ ਦੇ ਬਾਰੇ ਫਰੈਡਰਿਕ ਫਰੋਬਲ ਕੌਣ ਸੀਗੇ, ਠੀਕ ਹੈ। ਕਿਹੜੀ ਇੰਪੋਰਟੈਂਟ ਗੱਲਾਂ ਇਹਨਾਂ ਦੇ ਦੁਆਰਾ ਕੀਤੀ ਗਈਆਂ, ਰੂਸੋ ਕੀ ਕਹਿੰਦੇ ਨੇ ਔਰ ਮੈਂਟੈਂਸਲੀ ਦਾ ਕੀ ਕਹਿਣਾ ਹੈ, ਠੀਕ ਹੈ। ਸਾਰੇ ਹੀ ਚੀਜ਼ਾਂ ਨੂੰ ਇੰਪੋਰਟੈਂਟ ਚੰਗੇ ਤਰੀਕੇ ਨਾਲ ਸਮਝਾਂਗੇ। ਅੱਜ ਦਾ ਜਿਹੜਾ ਟੌਪਿਕ ਹੈ ਇਹ ਇੰਗਲਿਸ਼ ਦੇ ਵਿੱਚ ਹੈ, ਬਟ ਬਿਲਕੁਲ ਟੈਨਸ਼ਨ ਨਹੀਂ ਲੈਣੀ, ਕਲੀ ਚੀਜ਼ ਪੰਜਾਬੀ ਦੇ ਵਿੱਚ ਤੁਹਾਨੂੰ ਸਮਝ ਆਏਗੀ, ਠੀਕ ਹੈ। ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖੋ, ਅਗਰ ਸਮਝ ਨਹੀਂ ਆਇਆ ਤਾਂ ਬੇਸ਼ੱਕ ਵੀਡੀਓ ਨੂੰ ਡਿਸਲਾਈਕ ਕਰਕੇ ਚਲੇ ਜਾਣਾ, ਠੀਕ ਹੈ। ਔਰ ਹੁਣ ਅਸੀਂ ਸਮਝ ਲੈਂਦੇ ਹਾਂ। ਪਹਿਲੇ ਟਾਈਮ ਦੇ ਵਿੱਚ ਸਮਝਿਆ ਜਾਂਦਾ ਸੀ ਜਿਹੜਾ ਬੱਚਾ ਹੈ ਉਹ ਕੀ ਹੈ, ਇੱਕ ਖਾਲੀ ਬਰਤਨ ਦੀ ਤਰ੍ਹਾਂ ਹੈ। ਇੱਕ ਖਾਲੀ ਬਰਤਨ ਹੈ ਜਿਸ ਨੂੰ ਇੱਕ ਟੀਚਰ ਦੇ ਦੁਆਰਾ ਕੀ ਕੀਤਾ ਜਾਏਗਾ, ਫਿਲ ਕੀਤਾ ਜਾਏਗਾ, ਠੀਕ ਹੈ। ਪਹਿਲੇ ਕੀ ਟੀਚਰ ਸੈਂਟਰਡ ਅਪਰੋਚ ਵਰਤੀ ਜਾਂਦੀ ਸੀ, ਟੀਚਰ ਪੜ੍ਹਾਉਂਦਾ ਸੀ ਔਰ ਬੱਚੇ ਚੁੱਪਚਾਪ ਜਿਹੜੀ ਹੈਗੀ ਉਸ ਦੀ ਗੱਲ ਨੂੰ ਸੁਣਦੇ ਸੀਗੇ ਅਤੇ ਇੰਸਟਰਕਸ਼ਨਸ ਨੂੰ ਲੈਂਦੇ ਸੀਗੇ। ਬਟ ਹੁਣ ਟਾਈਮ ਬਿਲਕੁਲ ਚੇਂਜ ਹੋ ਚੁੱਕਿਆ। ਕਾਫੀ ਸਾਰੇ ਜਿਹੜੇ ਫਿਲੋਸਫਰਸ ਨੇ ਜਿਨ੍ਹਾਂ ਦੀ ਮੈਂ ਹੁਣੇ ਤੁਹਾਨੂੰ ਗੱਲ ਕੀਤੀ ਕਿ ਉਹਨਾਂ ਬਾਰੇ ਅਸੀਂ ਪੜ੍ਹਾਂਗੇ, ਉਹਨਾਂ ਦੇ ਵੀ ਅਲੱਗ-ਅਲੱਗ ਵਿਚਾਰ ਸੀ ਜਿਨ੍ਹਾਂ ਨੇ ਬੱਚੇ ਦੀ ਜਿਹੜੀ ਸਿੱਖਿਆ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ, ਠੀਕ ਹੈ। ਕਿਵੇਂ ਪ੍ਰਭਾਵਿਤ ਕੀਤਾ ਉਸ ਨੂੰ ਸਮਝਦੇ ਹਾਂ। ਟੀਚਰ ਸੈਂਟਰਡ ਅਪਰੋਚ ਦੇ ਵਿੱਚ teacher centered approach is an approach that encourages student to completely focus on the educator. Learner centered approach is an approach where both the educator and students share an equal focus. ਯਾਨੀ ਕਿ ਟੀਚਰ ਅਧਿਆਪਕ ਕੇਂਦਰਿਤ ਅਪਰੋਚ ਦੇ ਵਿੱਚ ਕੀ ਹੁੰਦਾ, ਪੂਰਾ ਦਾ ਪੂਰਾ ਫੋਕਸ ਕਿਸ 'ਤੇ ਹੁੰਦਾ, ਐਜੂਕੇਟਰ 'ਤੇ ਹੁੰਦਾ। ਬਟ ਬਾਲ ਕੇਂਦਰਿਤ ਸਿੱਖਿਆ ਦੇ ਵਿੱਚ ਕੀ ਹੁੰਦਾ, ਪੂਰਾ ਦਾ ਪੂਰਾ ਫੋਕਸ ਕਿਸ 'ਤੇ ਹੁੰਦਾ, ਬੱਚੇ 'ਤੇ ਅਤੇ ਐਜੂਕੇਟਰ ਦੋਨਾਂ 'ਤੇ ਹੁੰਦਾ ਇਕੁਅਲੀ, ਠੀਕ ਹੈ। ਐਜੂਕੇਟਰ 'ਤੇ ਪੂਰਾ ਫੋਕਸ ਹੁੰਦਾ, ਦੋਨਾਂ 'ਤੇ ਇਕੁਅਲ ਫੋਕਸ ਹੁੰਦਾ, ਠੀਕ ਹੈ। ਔਰ ਅਧਿਆਪਕ ਕੇਂਦਰਿਤ ਸਿੱਖਿਆ ਦੇ ਵਿੱਚ ਕੀ ਹੁੰਦਾ, ਜਿਹੜਾ ਐਜੂਕੇਟਰ ਬੋਲਦਾ ਅਤੇ ਬੱਚੇ ਚੁੱਪਚਾਪ ਬੈਠ ਕੇ ਉਸ ਨੂੰ ਸੁਣਦੇ ਨੇ, ਇੰਸਟਰਕਸ਼ਨਸ ਨੂੰ ਲੈਂਦੇ ਨੇ। ਬਟ ਚਾਈਲਡ ਸੈਂਟਰਡ ਬੱਚਾ ਕੇਂਦਰਿਤ ਜਿਹੜੀ ਐਜੂਕੇਸ਼ਨ ਹੈ ਉਸ ਦੇ ਵਿੱਚ ਕੀ ਹੁੰਦਾ, ਜਿਹੜਾ ਬੱਚਾ ਹੈ ਇੱਕ ਬੱਚਾ ਦੂਜੇ ਬੱਚੇ ਤੋਂ ਸਿੱਖ ਰਿਹਾ ਹੈ, ਟੀਚਰ ਸਟੂਡੈਂਟ ਨੇ ਆਪਸ ਦੇ ਵਿੱਚ ਕੋਲੈਬੋਰੇਸ਼ਨ ਕਰਕੇ ਸਿੱਖ ਰਹੇ ਨੇ, ਠੀਕ ਹੈ। ਔਰ ਕਮਿਊਨੀਕੇਸ਼ਨ ਕਰ ਰਿਹਾ, ਬੱਚਾ ਕੁਐਸਚਨ ਪੁੱਛ ਰਿਹਾ ਟੀਚਰ ਤੋਂ ਆਪਣੀ ਜਿਹੜੀ ਫੀਲਿੰਗਸ ਇਹਨਾਂ ਨੂੰ ਐਕਸਪ੍ਰੈਸ ਕਰ ਪਾ ਰਿਹਾ, ਆਪਣੇ ਵਿਚਾਰਾਂ ਨੂੰ ਆਪਣੇ ਅਧਿਆਪਕ ਦੇ ਅੱਗੇ ਦੱਸ ਰਿਹਾ, ਠੀਕ ਹੈ। ਬਟ ਅਧਿਆਪਕ ਕੇਂਦਰਿਤ ਸਿੱਖਿਆ ਦੇ ਵਿੱਚ ਕੀ ਹੁੰਦਾ, ਬੱਚੇ ਨੂੰ ਬਿਲਕੁਲ ਵੀ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਨਾ ਹੀ ਕੁਐਸਚਨ ਪੁੱਛਣ ਲਈ ਇਨਕਰੇਜ ਕੀਤਾ ਜਾਂਦਾ ਹੈ। ਔਰ ਆਪਣੀ ਜਿਹੜੀ ਲਰਨਿੰਗ ਹੈ ਉਹ ਅਗਰ ਸਿੱਖ ਰਿਹਾ ਤਾਂ ਉਸਨੂੰ ਇਨਵੋਲਵ ਹੋਣ ਦਾ ਕੋਈ ਹੱਕ ਨਹੀਂ ਹੈ, ਠੀਕ ਹੈ। ਬਸ ਟੀਚਰ ਬੋਲੇਗਾ ਔਰ ਉਹ ਕੀ ਚੁੱਪਚਾਪ ਸੁਣੇਗਾ। ਬਟ ਬਾਲ ਕੇਂਦਰਿਤ ਸਿੱਖਿਆ ਦੇ ਵਿੱਚ ਕੀ ਹੁੰਦਾ, ਬੱਚਾ ਫਰੀਲੀ ਪੂਰੀ ਫਰੀਡਮ ਦੇ ਨਾਲ, ਪੂਰੀ ਆਜ਼ਾਦੀ ਦੇ ਨਾਲ ਆਪਣੀ ਨੌਲੇਜ ਨੂੰ ਗੇਨ ਕਰ ਰਿਹਾ ਬਿਨਾਂ ਕਿਸੇ ਬਰਡਨ ਤੋਂ, ਔਰ ਆਪਣੇ ਟੀਚਰ ਨੂੰ ਕਿਹਾ ਕੁਐਸਚਨ ਪੁੱਛ ਰਿਹਾ, ਆਪਣੇ ਵਿਚਾਰ ਜਿਹੜੇ ਟੀਚਰ ਤੱਕ ਪਹੁੰਚਾ ਰਿਹਾ, ਠੀਕ ਹੈ। ਔਰ ਅਧਿਆਪਕ ਕੇਂਦਰਿਤ ਸਿੱਖਿਆ ਦੇ ਵਿੱਚ ਕੀ ਹੁੰਦਾ ਸੀ, ਕਲਾਸਰੂਮ ਬਹੁਤ ਹੀ ਜ਼ਿਆਦਾ ਸਟ੍ਰਿਕਟ ਹੁੰਦਾ ਸੀ, ਬੱਚੇ ਬਿਲਕੁਲ ਟੀਚਰ ਤੋਂ ਡਰਦੇ ਹੁੰਦੇ ਸੀ। ਬਟ ਬਾਲ ਕੇਂਦਰਿਤ ਸਿੱਖਿਆ ਦੇ ਵਿੱਚ ਜਿਹੜੇ ਬੱਚੇ ਨੇ ਉਹ ਕੀ ਹੈ, ਫਰੀਡਮ ਦੇ ਨਾਲ ਸਿੱਖ ਰਹੇ ਨੇ। ਚਾਇਟਿਕ ਅਤੇ ਨੋਇਜ਼ੀ ਵਾਲਾ ਜਿਹੜਾ ਮਾਹੌਲ ਹੈ ਕਲਾਸਰੂਮ ਦੇ ਵਿੱਚ ਹੁੰਦਾ ਹੈ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਕਿ ਜਿਹੜੀ ਚਾਈਲਡ ਸੈਂਟਰਡ ਐਜੂਕੇਸ਼ਨ ਹੈ, ਬਾਲ ਕੇਂਦਰਿਤ ਸਿੱਖਿਆ, ਉਸਦੇ ਸਿਧਾਂਤ ਕਿਹੜੇ ਨੇ। ਓਰੀਐਂਟੇਸ਼ਨ ਔਨ ਦੀ ਨੀਡਸ ਆਫ ਚਿਲਡਰਨ। ਬਾਲ ਕੇਂਦਰਿਤ ਸਿੱਖਿਆ ਦੇ ਵਿੱਚ ਬੱਚੇ ਦੀਆਂ ਜ਼ਰੂਰਤਾਂ, ਉਸਦੀਆਂ ਰੁਚੀਆਂ, ਉਸਦੀਆਂ ਯੋਗਤਾਵਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਸਿੱਖਿਆ ਪ੍ਰੋਵਾਈਡ ਕਰਵਾਈ ਜਾਂਦੀ ਹੈ। ਐਕਟਿਵ ਸੈਲਫ ਰੈਗੂਲੇਟਿੰਗ ਲਰਨਿੰਗ, ਇਸ ਦੇ ਵਿੱਚ ਕੀ ਹੁੰਦਾ, ਜਿਹੜਾ ਬੱਚਾ ਐਕਟਿਵਲੀ ਪੂਰੇ ਤਰੀਕੇ ਨਾਲ ਇਨਵੋਲਵ ਹੋ ਕੇ ਸਿੱਖਦਾ ਹੈ। ਇੱਦਾਂ ਨਹੀਂ ਹੈ ਕਿ ਸਿਰਫ ਟੀਚਰ ਸਿਖਾ ਰਿਹਾ ਚੁੱਪਚਾਪ ਬੈਠ ਕੇ ਸੁਣਿਆ, ਬਟ ਉਹ ਕੀ ਕਰ ਰਿਹਾ, ਨਾਲ ਦੀ ਨਾਲ ਐਕਟਿਵ ਹੋ ਕੇ ਆਪਣੀ ਨੌਲੇਜ ਨੂੰ ਗੇਨ ਕਰ ਰਿਹਾ ਹੈ। ਵੈਲ ਡਿਜ਼ਾਈਨਡ ਲਰਨਿੰਗ ਇਨਵਾਇਰਮੈਂਟ, ਚਾਈਲਡ ਸੈਂਟਰ ਐਜੂਕੇਸ਼ਨ ਦੇ ਵਿੱਚ ਐਸਾ ਇਨਵਾਇਰਮੈਂਟ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਬੱਚੇ ਪੂਰੀ ਆਜ਼ਾਦੀ ਦੇ ਨਾਲ ਸਿੱਖ ਸਕਣ, ਪੂਰਾ ਸਿੱਖਣ ਵਾਲਾ ਮਾਹੌਲ ਜਿਹੜਾ ਪ੍ਰੋਵਾਈਡ ਕਰਵਾਇਆ ਜਾਂਦਾ ਹੈ। ਸੋਸ਼ਲ ਲਰਨਿੰਗ ਐਜ਼ ਅ ਮੈਥਡ ਐਂਡ ਗੋਲ, ਸੋਸ਼ਲ ਲਰਨਿੰਗ ਦੀ ਗੱਲ ਹੀ ਕਿਉਂ ਕੀਤੀ ਗਈ ਹੈ, ਕਿਉਂਕਿ ਇਸ ਵਿੱਚ ਜਿਹੜਾ ਇੱਕ ਬੱਚਾ ਹੈ, ਇੱਕ ਚਾਈਲਡ ਹੈ, ਉਹ ਆਪਣੇ ਸਾਥੀਆਂ ਦੇ ਨਾਲ ਰਲ ਮਿਲ ਕੇ ਸਿੱਖ ਰਿਹਾ ਹੈ, ਪ੍ਰੋਜੈਕਟਸ ਬਣਾ ਰਿਹਾ ਹੈ, ਉਹਨਾਂ ਨੂੰ ਸਮਝਾ ਰਿਹਾ ਹੈ, ਖੁਦ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ, ਯਾਨੀ ਕਿ ਪੂਰਾ ਫ੍ਰੀ ਮਾਹੌਲ ਦੇ ਵਿੱਚ ਕੀ ਉਹ ਪੜ੍ਹ ਰਿਹਾ ਹੈ। ਬਰੋਡ ਅੰਡਰਸਟੈਂਡਿੰਗ ਆਫ ਪਰਫੋਰਮੈਂਸ ਐਂਡ ਐਬਿਲਿਟੀ, ਯਾਨੀ ਕਿ ਬੱਚੇ ਦੀ ਯੋਗਤਾ ਅਤੇ ਉਸਦੀ ਜਿਹੜੀ ਪਰਫੋਰਮੈਂਸ ਹੈ ਉਸਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ, ਉਸਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਐਡਰੈਸਿੰਗ ਪਰਫੋਰਮੈਂਸ ਅਸੈਸਮੈਂਟ ਇਨ ਐਨ ਇਨਕਰੇਜਿੰਗ ਮੈਨਰ, ਅਸੈਸਮੈਂਟ ਯਾਨੀ ਕਿ ਜਿਹੜਾ ਮੁਲਾਂਕਣ ਹੈ, ਜੋ ਟੈਸਟ ਨੇ ਉਹ ਇਸ ਤਰੀਕੇ ਦੇ ਨਾਲ ਲਏ ਜਾਂਦੇ ਨੇ ਕਿ ਬੱਚੇ ਨੂੰ ਬਿਲਕੁਲ ਵੀ ਡਰ ਨਾ ਲੱਗੇ, ਉਸਨੂੰ ਬਿਲਕੁਲ ਬਰਡਨ ਫੀਲ ਨਾ ਹੋਏ, ਬਲਕਿ ਬਹੁਤ ਹੀ ਮਜ਼ੇ ਦੇ ਨਾਲ ਜਿਹੜਾ ਆਪਣਾ ਮੁਲਾਂਕਣ ਕਰਵਾਏ, ਠੀਕ ਹੈ। ਇਹ ਸੀ ਆਪਣਾ ਬਾਲ ਕੇਂਦਰਿਤ ਸਿੱਖਿਆ ਦੇ ਸਿਧਾਂਤ। ਆਈ ਹੋਪ ਤੁਹਾਨੂੰ ਸਮਝ ਆ ਗਏ ਹੋਣਗੇ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਪ੍ਰਗਤੀਸ਼ੀਲ ਸਿੱਖਿਆ। ਪ੍ਰਗਤੀਸ਼ੀਲ ਸਿੱਖਿਆ ਬੇਸਿਕਲੀ ਕਿਸ ਨੂੰ ਜ਼ਿਆਦਾ ਸਪੋਰਟ ਕਰਦੀ ਹੈ, ਲਰਨਿੰਗ ਬਾਏ ਡੂਇੰਗ ਨੂੰ। ਪ੍ਰੋਗਰੈਸਿਵ ਐਜੂਕੇਸ਼ਨ ਜਾਂ ਫਿਰ ਪ੍ਰਗਤੀਸ਼ੀਲ ਸਿੱਖਿਆ ਦਾ ਕਹਿਣਾ ਹੈ ਕਿ ਜਿਹੜੇ ਬੱਚੇ ਨੇ ਉਹ ਚੰਗੇ ਤਰੀਕੇ ਨਾਲ ਸਿੱਖ ਸਕਦੇ ਨੇ ਅਗਰ ਉਹਨਾਂ ਨੂੰ ਲਰਨਿੰਗ ਬਾਏ ਡੂਇੰਗ ਕੀਤੀ ਜਾਵੇ, ਯਾਨੀ ਕਿ ਬੱਚੇ ਖੁਦ ਕਰਕੇ ਸਿੱਖਣ, ਆਪਣੇ ਅਨੁਭਵ ਨੇ, ਆਪਣੇ ਜਿਹੜੇ ਐਕਸਪੀਰੀਅੰਸਿਸ ਨੇ ਉਹਨਾਂ ਨੂੰ ਆਪ ਲੈਣ। ਸਟੂਡੈਂਟਸ ਆਰ ਫ੍ਰੀ ਟੂ ਡਿਵੈਲਪ ਨੈਚੁਰਲੀ, ਪ੍ਰੋਗਰੈਸਿਵ ਐਜੂਕੇਸ਼ਨ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਇੱਕ ਐਸਾ ਮਾਹੌਲ ਪ੍ਰੋਵਾਈਡ ਕਰਵਾਇਆ ਜਾਵੇ ਜਿਸ ਦੇ ਵਿੱਚ ਜਿਹੜੇ ਬੱਚੇ ਨੇ ਨੈਚੁਰਲੀ ਸਿੱਖ ਸਕਣ, ਫ੍ਰੀ ਹੋ ਕੇ ਆਪਣਾ ਵਿਕਾਸ ਕਰ ਸਕਣ। ਇੰਟਰਸਟ ਇਜ਼ ਦਾ ਕੀ ਟੂ ਮੋਟੀਵੇਸ਼ਨ, ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਇੰਟਰਸਟ ਕ੍ਰੀਏਟ ਕੀਤਾ ਜਾਵੇ, ਨਾ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਬਿਠਾਇਆ ਜਾਵੇ, ਡਰ ਬਿਠਾਇਆ ਜਾਵੇ। ਰੋਟ ਮੈਮੋਰਾਈਜੇਸ਼ਨ ਦੇ ਬਿਲਕੁਲ ਖਿਲਾਫ ਹੈ ਪ੍ਰੋਗਰੈਸਿਵ ਐਜੂਕੇਸ਼ਨ।
ਜਿਹੜੀ ਪ੍ਰੋਗਰੈਸਿਵ ਐਜੂਕੇਸ਼ਨ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਰੱਟੇ ਨਾ ਲਗਵਾਏ ਜਾਣ, ਠੀਕ ਹੈ, ਬਲਕਿ ਉਹਨਾਂ ਦਾ ਕੀ ਹੈ ਰੁਚੀ ਬਣਾਈ ਜਾਵੇ, ਜਿਸ ਦੇ ਨਾਲ ਕਿ ਉਹ ਆਪਣੇ ਆਟੋਮੈਟਿਕਲੀ ਪੜ੍ਹਨ ਦੇ ਲਈ ਕੀ ਹੋ ਜਾਣਗੇ, ਮੋਟੀਵੇਟ ਹੋ ਜਾਣਗੇ। ਟੀਚਰ ਇਜ਼ ਅ ਗਾਈਡ ਨੋਟ ਅ ਟਾਸਕ ਮਾਸਟਰ। ਟੀਚਰ ਕੀ ਇੱਕ ਗਾਈਡ ਹੈ, ਟੀਚਰ ਐਸਾ ਹੋਣਾ ਚਾਹੀਦਾ ਜੋ ਉਹਨਾਂ ਨੂੰ ਹੈਲਪ ਕਰੇ। ਇੱਦਾਂ ਨਹੀਂ ਹੈ ਕਿ ਸਿਰਫ ਇੰਸਟਰਕਸ਼ਨਸ ਹੀ ਦੇਵੇ, ਬਲਕਿ ਕੀ ਕਰੇ, ਹੈਲਪ करे एज अ गाइड। टीचर की एक फैसिलिटेटर की तरह काम करे। साइंटिफिक स्टडीज़ मेड ऑफ स्टूडेंट डिवेलपमेंट एंड एबिलिटी, ठीक है। साइकोमैट्रिक टेस्टिंग एज अ की टूल, यानी कि ਹੁਣ ਦੀ ਜਿਹੜੀ ਐਜੂਕੇਸ਼ਨ ਹੈ ਉਹ ਕਿ ਵਿਗਿਆਨਕ ਤੌਰ 'ਤੇ ਕਰਵਾਈ ਜਾਂਦੀ ਹੈ, ਜਿਸ ਦੇ ਵਿੱਚ ਜਿਹੜਾ ਬੱਚਾ ਹੈ ਉਹ ਵਿਕਾਸ ਕਰੇ ਅਤੇ ਆਪਣੀ ਯੋਗਤਾਵਾਂ ਨੂੰ ਦਾ ਵੀ ਵਿਕਾਸ ਕਰੇ। ਅਟੈਂਸ਼ਨ ਪੇ ਟੂ ਆਲ ਫੈਕਟਰਸ ਇਨ ਐਨ ਸਟੂਡੈਂਟਸ ਫਿਜ਼ੀਕਲ ਡਿਵੈਲਪਮੈਂਟ, ਲਾਈਟ, ਏਅਰ, ਨਿਊਟ੍ਰੀਸ਼ਨ, ਐਕਟੀਵਿਟੀ। ਪ੍ਰੋਗਰੈਸਿਵ ਐਜੂਕੇਸ਼ਨ ਦੇ ਵਿੱਚ ਬੱਚੇ ਦੇ ਹਰ ਇੱਕ ਫੈਕਟਰ ਦੇ ਉੱਤੇ ਧਿਆਨ ਦਿੱਤਾ ਜਾਂਦਾ ਹੈ, ਭਾਵੇਂ ਉਹ ਫਿਜ਼ੀਕਲ ਡਿਵੈਲਪਮੈਂਟ ਨਾਲ ਰਿਲੇਟਡ ਹੋਵੇ, ਚਾਹੇ ਕੋਈ ਵੀ ਆਸਪੈਕਟ ਹੋਵੇ, ਮੈਂਟਲ ਹੋਵੇ, ਲਾਈਟ, ਏਅਰ, ਨਿਊਟ੍ਰੀਸ਼ਨ, ਐਕਟੀਵਿਟੀਜ਼ ਕਰਵਾਈਆਂ ਜਾਣ, ਠੀਕ ਹੈ। ਹਰ ਇੱਕ ਫੈਕਟਰ 'ਤੇ ਬੱਚੇ 'ਤੇ ਧਿਆਨ ਦਿੱਤਾ ਜਾਂਦਾ ਹੈ। ਕੋਆਪਰੇਸ਼ਨ ਬਿਟਵੀਨ ਸਕੂਲ ਫੈਮਿਲੀ ਇਜ਼ ਕੀ। ਸਕੂਲ ਅਤੇ ਫੈਮਿਲੀ ਦੇ ਵਿੱਚ ਇੱਕ ਅੱਛਾ ਕੋਆਪਰੇਸ਼ਨ ਹੋਣਾ ਚਾਹੀਦਾ ਹੈ। ਸਕੂਲ ਅਤੇ ਫੈਮਿਲੀ ਦਾ ਮਾਹੌਲ ਬਿਲਕੁਲ ਇੱਦਾਂ ਦਾ ਹੋਣਾ ਚਾਹੀਦਾ ਜਿਸ ਦੇ ਵਿੱਚ ਜਿਹੜੇ ਬੱਚੇ ਨੇ ਉਹ ਫ੍ਰੀਲੀ ਸਿੱਖ ਸਕਣ। ਨੈਕਸਟ ਆਪਾਂ ਗੱਲ ਕਰ ਲੈਂਦੇ ਹਾਂ ਜੌਨ ਟੂਵੀ ਦੀ। ਜੌਨ ਟੂਵੀ ਕੀ ਹੈ, ਬਹੁਤ ਹੀ ਇੰਪੋਰਟੈਂਟ ਇਹਨਾਂ ਦੇ ਬਾਰੇ ਸਮਝਣਾ ਤੁਹਾਨੂੰ ਚਾਹੀਦਾ ਹੈ। ਜੌਨ ਟੂਵੀ ਫਿਲਾਸਫਰ, ਸਾਈਕੋਲੋਜਿਸਟ ਅਤੇ ਰਾਈਟਰ ਸੀ। ਫਿਲਾਸਫਰ, ਸਾਈਕੋਲੋਜਿਸਟ ਅਤੇ ਰਾਈਟਰ ਨੇ। ਅਗਰ ਤੁਹਾਨੂੰ ਪੁੱਛਿਆ ਜਾਏ ਕਿ ਪ੍ਰੋਗਰੈਸਿਵ ਐਜੂਕੇਸ਼ਨ ਪ੍ਰਗਤੀਸ਼ੀਲ ਸਿੱਖਿਆ ਦੇ ਬਾਰੇ ਕਿਸ ਦੁਆਰਾ ਦਿੱਤੀ ਗਈ ਹੈ, ਤਾਂ ਤੁਹਾਡਾ ਆਨਸਰ ਕੀ ਹੋਏਗਾ, ਜੌਨ ਟੂਵੀ। ਜੌਨ ਟੂਵੀ ਨੇ ਹੀ ਪ੍ਰੋਗਰੈਸਿਵ ਐਜੂਕੇਸ਼ਨ ਦਾ ਜਿਹੜਾ ਕਨਸੈਪਟ ਹੈ ਉਹ ਸਾਡੇ ਅੰਦਰ ਲੈ ਕੇ ਆਂਦਾ। ਬਿਲੀਵਡ ਦੈਟ ਕਲਾਸਰੂਮ ਵਰ ਟੂ ਰਿਜਿਡ ਐਂਡ ਇਨਫਲੈਕਸੀਬਲ, ਡਿਡ ਨੋਟ ਅਡੈਪਟ ਟੂ ਨੀਡਸ, ਇੰਟਰਸਟ ਐਂਡ ਐਬਿਲਿਟੀਜ਼ ਆਫ ਇੰਡੀਵਿਜੂਅਲ ਸਟੂਡੈਂਟ। ਐਸਾ ਇਨਵਾਇਰਮੈਂਟ ਜੋ ਕਿ ਬਹੁਤ ਹੀ ਜ਼ਿਆਦਾ ਰਿਜਿਡ ਹੋਵੇ, ਐਸੀ ਕਲਾਸਰੂਮ ਉਸ ਦੇ ਵਿੱਚ ਬੱਚੇ ਉਸ ਹੋ ਹੀ ਨਹੀਂ ਸਕਦਾ ਕਿ ਉਹ ਜਿਹੜਾ ਬੱਚਾ ਹੈ ਉਸ ਦੇ ਵਿੱਚ ਅਡੈਪਟ ਕਰ ਲੇ ਆਪਣੇ ਆਪ ਨੂੰ, ਆਪਣੀਆਂ ਜਿਹੜੀਆਂ ਸਕਿੱਲਸ ਨੇ ਉਹਨਾਂ ਨੂੰ ਇੰਪਰੂਵ ਕਰ ਸਕੇ, ਠੀਕ ਹੈ। ਬਲੀਵਡ ਸਕੂਲ ਸ਼ੁੱਡ ਪਲੇਸ ਅ ਗ੍ਰੇਟਰ ਐਂਫਸਿਸ ਔਨ ਦੀ ਡਿਵੈਲਪਮੈਂਟ ਆਫ ਪ੍ਰੋਬਲਮ ਸੋਲਵਿੰਗ ਐਂਡ ਕ੍ਰਿਟੀਕਲ ਥਿੰਕਿੰਗ ਸਕਿੱਲਸ। ਉਹਨਾਂ ਨੇ ਕਿਹਾ ਕਿ ਸਕੂਲ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਬੱਚੇ ਨੂੰ ਸਮੱਸਿਆਵਾਂ ਹੱਲ ਕਰਨ ਦੇ ਵਿੱਚ, ਦੀ ਉਹਦੀ ਜਿਹੜੀ ਕ੍ਰਿਟੀਕਲ ਥਿੰਕਿੰਗ ਹੈ, ਆਲੋਚਨਾਤਮਕ ਕੌਸ਼ਲ ਹੈ, ਉਸ ਦੇ ਵਿੱਚ। ਪ੍ਰਮੋਟਡ ਦਾ ਲਿੰਕ ਬਿਟਵੀਨ ਲਰਨਿੰਗ ਐਂਡ ਐਕਸਪੀਰੀਐਂਸਿਸ। ਉਹਨਾਂ ਨੇ ਕਿਹਾ ਕਿ ਬੱਚਾ ਜਿਹੜਾ ਹੈ ਐਕਸਪੀਰੀਐਂਸ ਕਰਕੇ ਆਪਣੇ ਹੱਥਾਂ ਦੇ ਨਾਲ ਐਕਸਪੀਰੀਐਂਸਿਸ ਕਰੇਗਾ ਅਤੇ ਸਿੱਖੇਗਾ। ਡਿਊ ਟੂ ਹਿਸ ਇਨਫਲੂਐਂਸ ਸਕੂਲ ਟੂਡੇ, ਉਹਨਾਂ ਦੇ ਇਨਫਲੂਐਂਸ ਦੇ ਕਾਰਨ ਹੀ ਅੱਜ ਸਕੂਲਸ ਦੇ ਵਿੱਚ ਕੀ ਹੋ ਰਿਹਾ ਹੈ, ਕੋਲੈਬੋਰੇਟਿਵ ਲਰਨਿੰਗ ਹੋ ਰਹੀ ਹੈ। ਔਨ ਪ੍ਰੋਜੈਕਟਸ ਐਂਡ ਡਿਸਕਸਿੰਗ ਟੌਪਿਕਸ, ਟੌਪਿਕ ਲਿਆ ਜਾਂਦਾ ਹੈ, ਟੀਚਰ ਕੀ ਹੈ ਡਿਸਕਸ਼ਨ ਕਰਵਾਈ ਜਾਂਦੀ ਹੈ, ਬੱਚੇ ਵਿਚਾਰ ਆਪਣੇ ਸਾਥੀਆਂ ਦੇ ਨਾਲ ਸਾਂਝੇ ਕਰਦੇ ਨੇ ਵਿਚਾਰ ਕੋਈ ਵੀ ਟੌਪਿਕ ਨੂੰ ਲੈ ਕੇ, ਜਿਸ ਨੂੰ ਕੀ ਬੋਲਿਆ ਜਾਂਦਾ, ਕੋਲੈਬੋਰੇਟਿਵ ਲਰਨਿੰਗ ਬੋਲਿਆ ਜਾਂਦਾ ਹੈ। ਟੀਚਰ ਦੇ ਦੁਆਰਾ ਪ੍ਰੋਜੈਕਟਸ ਦੇ ਦਿੱਤੇ ਜਾਂਦੇ ਨੇ ਜਿਸ ਨੂੰ 4-5 ਬੱਚੇ ਮਿਲ ਕੇ ਕਰਦੇ ਨੇ। ਰੋਲ ਆਫ ਟੀਚਰ ਐਜ਼ ਅ ਗਾਈਡਿੰਗ ਲਰਨਿੰਗ, ਔਰ ਇਹਨਾਂ ਨੇ ਕੀ ਕਿਹਾ ਕਿ ਜਿਹੜਾ ਟੀਚਰ ਹੈ ਉਹਦਾ ਰੋਲ ਕੀ ਹੈ, ਗਾਈਡਿੰਗ ਲਰਨਿੰਗ, ਸਿਖਾਉਣ ਵਾਲਾ, ਇੱਕ ਹੈਲਪ ਕਰਨ ਵਾਲਾ, ਇੱਕ ਗਾਈਡ ਕਰਨ ਵਾਲਾ ਬੱਚੇ ਨੂੰ, ਬਲਕਿ ਇੰਸਟਰਕਟਰ ਨਹੀਂ ਹੈ, ਨਾ ਹੀ ਟਾਸਕ ਮਾਸਟਰ ਹੈ। ਰੀਅਲ ਲਾਈਫ ਐਕਟੀਵਿਟੀ ਦੈਟ ਲਿੰਕ ਟੂ ਨਿਊ ਇਨਫੋਰਮੇਸ਼ਨ ਟੂ ਪ੍ਰੀਵੀਅਸ ਐਕਸਪੀਰੀਐਂਸਿਸ, ਜਦੋਂ ਵੀ ਨਵੀਂ ਇਨਫੋਰਮੇਸ਼ਨ ਦੇਣੀ ਹੈ ਤਾਂ ਉਸਦੀ ਰੀਅਲ ਲਾਈਫ ਦੇ ਵਿੱਚੋਂ ਹੀ ਲੈ ਕੇ ਉਸ ਨੂੰ ਸਿਖਾਇਆ ਜਾਵੇ ਇੱਕ ਬੱਚੇ ਨੂੰ, ਠੀਕ ਹੈ। ਸੋ ਜੌਨ ਟੂਵੀ ਦੇ ਬਾਰੇ ਕਿਹੜੀ ਇੰਪੋਰਟੈਂਟ ਗੱਲਾਂ ਨੇ, ਇੱਕ ਤਾਂ ਇਹ ਫਿਲਾਸਫਰ, ਸਾਈਕੋਲੋਜਿਸਟ ਅਤੇ ਰਾਈਟਰ ਨੇ। ਪ੍ਰੋਗਰੈਸਿਵ ਐਜੂਕੇਸ਼ਨ ਦਾ ਕਨਸੈਪਟ ਇਹਨਾਂ ਨੇ ਦਿੱਤਾ ਹੈ। ਕੋਲੈਬੋਰੇਟਿਵ ਲਰਨਿੰਗ ਦੀ ਗੱਲ ਹੀ ਕਰਦੇ ਨੇ, ਲਰਨਿੰਗ ਅਤੇ ਐਕਸਪੀਰੀਐਂਸਿਸ ਨੂੰ ਇਹਨਾਂ ਨੇ ਲਿੰਕ ਕੀਤਾ ਹੈ, ਠੀਕ ਹੈ। ਸਕੂਲ ਨੂੰ ਮਹੱਤਵਪੂਰਨ ਦਰਜਾ ਦਿੱਤਾ ਬੱਚੇ ਦੇ ਵਿਕਾਸ ਦੇ ਲਈ, ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਨੈਕਸਟ ਆਪਣੇ ਕੋਲ ਮੋਸਟ ਇੰਪੋਰਟੈਂਟ ਹੈ ਫਰੈਡਰਿਕ ਫਰੋਬਲ, ਠੀਕ ਹੈ। ਫਰੋਬਲ ਤੋਂ ਤੁਸੀਂ ਯਾਦ ਰੱਖਣਾ ਹੈ, ਹੀ ਇਨਵੈਂਟਡ ਦਾ ਕਨਸੈਪਟ ਆਫ ਕਿੰਡਰਗਾਰਟਨ ਜਿਹੜੇ KG ਸਕੂਲ 'ਚ ਤੁਸੀਂ ਅੱਜ ਕੱਲ੍ਹ ਦੇਖਦੇ ਹੋ ਉਹ ਇਹਨਾਂ ਦੀ ਹੀ ਦੇਣ ਨੇ। KG ਸਕੂਲਸ ਬਾਰੇ ਇਹਨਾਂ ਨੇ ਕਿਉਂ ਜ਼ਿਆਦਾ ਐਮਫੈਸਿਸ ਕੀਤਾ, ਕਿਉਂਕਿ ਪਹਿਲੇ ਟਾਈਮ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਨੂੰ ਮਾਈਨਸ ਫੈਕਟਰੀਜ਼ ਦੇ ਵਿੱਚ ਕੰਮ ਕਰਨ ਦੇ ਲਈ ਭੇਜ ਦਿੱਤਾ ਜਾਂਦਾ ਸੀ। ਇਸ ਕਰਕੇ ਉਹਨਾਂ ਨੇ KG ਸਕੂਲਸ ਨੂੰ ਦਾ ਕਨਸੈਪਟ ਸਾਡੇ ਸਾਹਮਣੇ ਲਿਆਂਦਾ ਕਿ ਜਿਹੜੇ ਬੱਚੇ ਨੂੰ ਪ੍ਰੀ ਸਕੂਲ ਐਜੂਕੇਸ਼ਨ ਨੂੰ ਲੈ ਸਕਣ। ਅਤੇ ਹੀ ਇਜ਼ ਕੰਸੀਡਰਡ ਵਨ ਆਫ ਦੀ ਗ੍ਰੇਟੈਸਟ ਐਜੂਕੇਟਰਸ ਦੇ ਵਿੱਚੋਂ ਇੱਕ ਨੇ। ਫਾਊਂਡਰ ਆਫ ਕਿੰਡਰਗਾਰਟਨ, ਫਰੈਡਰਿਕ ਫਰੋਬਲ ਕੀ ਨੇ, ਫਾਊਂਡਰ ਆਫ ਕਿੰਡਰਗਾਰਟਨ। ਪ੍ਰਮੋਟਡ ਦਾ ਵੈਲਿਊ ਆਫ ਪਲੇ, ਇਹਨਾਂ ਨੇ ਪਲੇ ਨੂੰ ਬਹੁਤ ਹੀ ਜ਼ਿਆਦਾ ਮਹੱਤਵ ਦਿੱਤਾ ਵੀ ਜਿਹੜਾ ਖੇਲ ਕੁੱਦ ਹੁੰਦੀ ਹੈ ਉਹ ਬੱਚੇ ਦੇ ਵਿਕਾਸ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਇਹਨਾਂ ਦਾ ਕਹਿਣਾ ਸੀਗਾ ਵੀ ਜਿਹੜੇ ਖੇਡ ਦੇ ਨਾਲ ਹੀ ਜਿਹੜੇ ਬੱਚੇ ਨੇ ਖੇਡ ਦੇ ਵਿੱਚ ਹੀ ਬਹੁਤ ਕੁਝ ਸਿੱਖ ਲੈਂਦੇ ਨੇ, ਠੀਕ ਹੈ। ਔਰ ਇਹਨਾਂ ਨੇ ਕਾਫੀ ਸਾਰੀਆਂ ਐਸੀਆਂ ਬੋਲਸ ਡਿਜ਼ਾਈਨ ਕੀਤੀਆਂ, ਵੁਡਨ ਬਲੌਕਸ ਹੋ ਗਏ, ਟਾਈਲਸ, ਸਟਿਕਸ, ਰਿੰਗਸ, ਇੱਦਾਂ ਦੀ ਖੇਲਣ ਵਾਲੀਆਂ ਚੀਜ਼ਾਂ ਤਿਆਰ ਕੀਤੀਆਂ ਜਿਹੜੀਆਂ ਕਿ ਜਿਹੜਾ ਬੱਚਾ ਹੈ ਖੇਲਦੇ ਹੀ ਉਹਨਾਂ ਦੀ ਹੈਲਪ ਦੇ ਨਾਲ ਸਿੱਖ ਸਕਦਾ ਹੈ, ਠੀਕ ਹੈ। ਨੈਕਸਟ ਆਪਾਂ ਗੱਲ ਕਰ ਲੈਂਦੇ ਹਾਂ ਰੂਸੋ ਦੀ ਇੱਕ ਫੇਮਸ ਬੁੱਕ ਹੈ ਇਮਾਇਲ, ਠੀਕ ਹੈ। ਇਮਾਇਲ ਬੇਸਿਕਲੀ ਬੁੱਕ ਦੇ ਵਿੱਚ ਕਿਸੇ ਇੱਕ ਇਮਾਇਲ ਬੱਚਾ ਸੀਗਾ ਜੋ ਕਿ ਸਕੂਲ ਜਾਂਦਾ ਹੈ, ਬਟ ਸਕੂਲ ਦੇ ਵਿੱਚ ਉਹਨੂੰ ਬਿਲਕੁਲ ਵੀ ਅੱਛਾ ਇਨਵਾਇਰਮੈਂਟ ਨਹੀਂ ਮਿਲਦਾ, ਟੀਚਰਸ ਦੇ ਦੁਆਰਾ ਬਹੁਤ ਕੁੱਟਿਆ ਮਾਰਿਆ ਜਾਂਦਾ ਹੈ, ਠੀਕ ਹੈ। ਔਰ ਇਸ ਕਰਕੇ ਸਕੂਲ ਦੇ ਵਿੱਚ ਉਹ ਆਪਣਾ ਮਨ ਨਹੀਂ ਲਗਾ ਪਾਉਂਦਾ, ਠੀਕ ਹੈ, ਔਰ ਨਾ ਹੀ ਸਟੱਡੀ ਕਰਦਾ ਹੈ ਅਤੇ ਸਕੂਲ ਤੋਂ ਕੀ ਹੁੰਦਾ ਹਟ ਜਾਂਦਾ ਹੈ। ਔਰ ਜਿਹੜੇ ਰੂਸੋ ਸੀਗੇ ਉਹ ਕੀ ਹੈ ਨੈਚੁਰਲਿਸਟ ਸੀ। ਨੈਚੁਰਲਿਸਟ ਮਤਲਬ ਕਿ ਪ੍ਰਕਿਰਤੀਵਾਦੀ ਸੀ। ਉਹਨਾਂ ਦਾ ਮੰਨਣਾ ਸੀ ਕਿ ਬੱਚੇ ਨੂੰ ਟੀਚ ਕਰਨ ਦੇ ਲਈ, ਐਜੂਕੇਟ ਕਰਨ ਦੇ ਲਈ ਨੇਚਰ ਹੀ ਕਾਫੀ ਹੈ, ਬੱਚੇ ਨੂੰ ਹੋਰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈ, ਉਸ ਦੇ ਲਈ ਕੀ ਹੈ ਨੇਚਰ ਹੀ ਕਾਫੀ ਹੈ, ਨੇਚਰ ਦੇ ਵਿੱਚ ਰਹਿ ਕੇ ਇਹ ਬੱਚਾ ਬਹੁਤ ਕੁਝ ਸਿੱਖ ਸਕਦਾ ਹੈ। ਹੁਣ ਇਹਨਾਂ ਦੀ ਫੇਮਸ ਜਿਹੜੀ ਬੁੱਕ ਹੈ ਇਮਾਇਲ ਦੇ ਵਿੱਚ ਰੂਸੋ ਸੁਜੈਸਟ
ਹਿਜ਼ ਐਜੂਕੇਸ਼ਨ ਸਕੀਮ ਫਰੋਮ ਬਰਥ ਟੂ अर्ਲੀ ਐਡਲਟਹੁੱਡ ਥਰੂ ਦਿਸ ਕਰੈਕਟਰ ਇਮਾਈਲ। ਇਮਾਈਲ ਬੁੱਕ ਦੇ ਵਿੱਚ ਉਹਨਾਂ ਨੇ ਕੀ ਹੈ ਬਰਥ ਤੋਂ ਲੈ ਕੇ अर्ਲੀ ਅਡਲਟਹੁੱਡ ਦੇ ਵਿੱਚ ਬੱਚਾ ਕਿਵੇਂ ਸਿੱਖਦਾ ਹੈ, ਐਜੂਕੇਸ਼ਨ ਦੇ ਬਾਰੇ ਬੇਸਿਕਲੀ ਉਹਨਾਂ ਨੇ ਆਪਣੀ ਰਾਏ ਦਿੱਤੀ ਹੈ। ਹੀ ਵਿਸ਼ ਟੂ ਡੈਮੋਸਟ੍ਰੇਟ ਹਾਊ ਅ ਪਰਸਨ ਮਾਈਟ ਬੀ ਐਜੂਕੇਟਡ ਟੂ ਐਨ ਆਈਡਲ ਸਟੇਟ ਅੰਡਰ ਪਰਫੈਕਟ ਕੰਡੀਸ਼ਨਸ। ਉਹਨਾਂ ਦਾ ਕਹਿਣਾ ਹੈ ਕਿ ਇਕੱਲਾ ਇਨਸਾਨ ਹੀ, ਜੋ ਇੱਕ ਇਕੱਲਾ ਬੱਚਾ ਹੈ ਉਹ ਹੀ ਬਹੁਤ ਕੁਝ ਸਿੱਖ ਲੈਂਦਾ ਹੈ, ਠੀਕ ਹੈ, ਪਰਫੈਕਟ ਹੋ ਸਕਦਾ ਹੈ। ਹੀ ਬਿਲੀਵ ਦੈਟ ਐਟ ਬਰਥ ਆਲ ਪੀਪਲ ਆਰ ਗੁੱਡ। ਜਦੋਂ ਬੱਚੇ ਦਾ ਜਨਮ ਹੁੰਦਾ ਉਦੋਂ ਸਾਰੇ ਹੀ ਲੋਕ ਅੱਛੇ ਹੁੰਦੇ, ਬਟ ਜਦੋਂ ਉਸਨੂੰ ਸੰਸਾਰ ਦੇ ਵਿੱਚ ਐਕਸਪੋਜ਼ ਕੀਤਾ ਜਾਂਦਾ ਹੈ ਉਹ ਸੁਸਾਇਟੀ ਕੀ ਬਣਾ ਦਿੰਦੀ ਹੈ, ਉਸਨੂੰ ਕਰਪਟ ਬਣਾ ਦਿੰਦੀ ਹੈ, ਠੀਕ ਹੈ। ਇਮਾਈਲ ਬੁੱਕ ਦੀ ਜਿਹੜੀ ਸਮਰੀ ਹੈ ਤੁਸੀਂ ਕੱਢ ਕੇ ਦੇਖਣਾ, YouTube ਤੋਂ ਤੁਹਾਨੂੰ ਸਮਝ ਆ ਜਾਏਗੀ ਸਾਰੀ ਕਹਾਣੀ। ਦੈਨ ਉਸ ਤੋਂ ਬਾਅਦ ਇੰਪੋਰਟੈਂਟ ਹੈ ਮਾਰੀਆ ਮੋਂਟੈਂਸਰੀ ਦੀ। ਮਾਰੀਆ ਮੋਂਟੈਂਸਰੀ ਇਟਲੀ ਦੇ ਰਹਿਣ ਵਾਲੇ ਸੀਗੇ। ਉਹ ਇੰਡੀਆ ਦੇ ਵਿੱਚ ਆਏ, ਇੰਡੀਆ ਦੀ ਐਜੂਕੇਸ਼ਨ ਦਾ ਹਾਲ ਦੇਖਿਆ ਤਾਂ ਉਹਨਾਂ ਨੇ ਕਾਫੀ ਸਾਰੀ ਚੀਜ਼ਾਂ ਸਾਨੂੰ ਦੱਸੀਆਂ ਵੀ ਚਿਲਡਰਨ ਕੀ ਨੇ ਸੋਰਸ ਆਫ ਨੌਲੇਜ ਨੇ। ਚਿਲਡਰਨ ਬਲੈਂਕ ਸਲੇਟ ਦੀ ਤਰ੍ਹਾਂ ਨਹੀਂ ਹੈ, ਉਹਨਾਂ ਕੋਲ ਬਹੁਤ ਸਾਰਾ ਨੌਲੇਜ ਆਲਰੇਡੀ ਹੈ, ਠੀਕ ਹੈ। ਇੰਡੀਵਿਜੂਅਲ ਲਰਨਰ ਐਂਡ ਟੀਚਰ ਐਜ਼ ਅ ਗਾਈਡ। ਉਹਨਾਂ ਨੇ ਕਿਹਾ ਕਿ ਜਿਹੜੇ ਬੱਚੇ ਨੇ ਉਹ ਇਕੱਲੇ ਬਹੁਤ ਕੁਝ ਸਿੱਖ ਸਕਦੇ ਨੇ, ਔਰ ਟੀਚਰ ਕੀ ਇੱਕ ਗਾਈਡ ਦੀ ਤੌਰ 'ਤੇ ਕੰਮ ਕਰੇ, ਟੀਚਰ ਇੰਸਟਰਕਟਰ ਨਾ ਬਣੇ। ਹੈਂਡ ਔਨ ਐਕਟੀਵਿਟੀਜ਼, ਇਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਜ਼ੋਰ ਦਿੱਤਾ ਕਿ ਜਿਹੜੇ ਬੱਚੇ ਨੇ ਖੁਦ ਕਰਕੇ ਸਿੱਖਣ, ਠੀਕ ਹੈ, ਚੀਜ਼ਾਂ ਨੂੰ ਐਕਸਪਲੋਰ ਕਰਨ ਅਤੇ ਸਿੱਖਣ। ਫੋਸਟਰ ਪਰਸਨਲ ਰਿਸਪੌਂਸਿਬਿਲਿਟੀ। ਮੋਂਟੈਂਸਰੀ ਇੰਸਟਰਕਟਰ ਗ੍ਰੈਜੂਏਟ ਫਰੋਮ ਆ ਸੋਸ਼ਲ ਟ੍ਰੇਨਿੰਗ ਪ੍ਰੋਗਰਾਮ। ਇਹਨਾਂ ਨੇ ਕਿਹਾ ਕਿ ਜਿਹੜੇ ਭਾਵੇਂ ਛੋਟੇ ਬੱਚਿਆਂ ਨੂੰ ਹੀ ਟੀਚ ਕਰਨਾ ਹੈ, ਬਟ ਫਿਰ ਵੀ ਇੱਕ ਅਧਿਆਪਕ ਜਿਹੜਾ ਹੈ ਗ੍ਰੈਜੂਏਟ ਹੋਣਾ ਚਾਹੀਦਾ ਫਰੋਮ ਆ ਸੋਸ਼ਲ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਗ੍ਰੈਜੂਏਟ ਹੋਣਾ ਚਾਹੀਦਾ ਹੈ, ਔਰ ਅੱਗੇ ਇੱਕ ਵਧੀਆ ਲੈਵਲ 'ਤੇ ਪੜ੍ਹਿਆ ਹੋਣਾ ਚਾਹੀਦਾ ਹੈ। ਮਾਰੀਆ ਮੋਂਟੈਂਸਰੀ ਦੇ ਜਿਹੜੇ ਸਕੂਲਸ ਨੇ ਉਹ ਐਫੀਲੀਏਟ ਕਿੱਥੋਂ ਹੁੰਦੇ ਨੇ, ਐਸੋਸੀਏਸ਼ਨ ਮੋਂਟੈਂਸਰੀ ਇੰਟਰਨੈਸ਼ਨਲ ਜਾਂ ਫਿਰ ਅਮੈਰੀਕਨ ਮੋਂਟੈਂਸਰੀ ਸੁਸਾਇਟੀ ਤੋਂ, ਠੀਕ ਹੈ। ਸੋ ਜਦੋਂ ਵੀ ਮੋਂਟੈਂਸਰੀ ਸਕੂਲ ਦੇ ਵਿੱਚ ਤੁਸੀਂ ਆਪਣੇ ਬੱਚੇ ਨੂੰ ਪਾਉਣਾ ਹੈ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਉਹ ਐਫੀਲੀਏਟ ਹੋਣ ਐਸੋਸੀਏਸ਼ਨ ਮੋਂਟੈਂਸਰੀ ਇੰਟਰਨੈਸ਼ਨਲ ਤੋਂ ਜਾਂ ਫਿਰ ਅਮੈਰੀਕਨ ਮੋਂਟੈਂਸਰੀ ਸੁਸਾਇਟੀ ਤੋਂ। ਔਰ ਟੀਚਰ ਨੂੰ ਇਹਨਾਂ ਨੇ ਕਿ ਮੋਂਟੈਂਸਰੀ ਨੇ ਟੀਚਰ ਨੂੰ ਕੀ ਕਿਹਾ, ਸੋਸ਼ਲ ਇੰਜੀਨੀਅਰ ਕਿਹਾ ਹੈ। ਕਿਉਂ ਕਿਹਾ ਹੈ? ਕਿਉਂਕਿ ਜਿਹੜੇ ਟੀਚਰ ਨੇ ਉਹ ਬੱਚੇ ਦਾ ਨਿਰਮਾਣ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਕੀ ਹੁੰਦੇ ਨੇ, ਹੈਲਪਫੁਲ ਹੁੰਦੇ ਨੇ। ਸੋ ਤੁਹਾਨੂੰ ਸਮਝ ਲੱਗ ਗਈ ਹੋਏਗੀ ਕਿ ਕਿਹੜੀ ਬੈਸਟ ਐਜੂਕੇਸ਼ਨ ਹੈ, ਠੀਕ ਹੈ। ਚਾਈਲਡ ਸੈਂਟਰਡ ਐਜੂਕੇਸ਼ਨ ਅਤੇ ਪ੍ਰੋਗਰੈਸਿਵ ਐਜੂਕੇਸ਼ਨ ਬਹੁਤ ਹੀ ਮਹੱਤਵਪੂਰਨ ਨੇ ਅੱਜ ਦੇ ਟਾਈਮ ਦੇ ਵਿੱਚ। ਟੀਚਰ ਸੈਂਟਰ ਅਤੇ ਲਰਨਰ ਸੈਂਟਰ ਨੂੰ ਚੰਗੇ ਤਰੀਕੇ ਨਾਲ ਧਿਆਨ ਦੇ ਵਿੱਚ ਰੱਖਣਾ, ਚਾਈਲਡ ਸੈਂਟਰ ਐਜੂਕੇਸ਼ਨ ਦੇ ਪ੍ਰਿੰਸੀਪਲਸ ਨੂੰ ਚੰਗੇ ਤਰੀਕੇ ਨਾਲ ਸਮਝ ਲੈਣਾ, ਪ੍ਰੋਗਰੈਸਿਵ ਐਜੂਕੇਸ਼ਨ ਦੇ ਸਿਧਾਂਤ ਨੂੰ ਸਮਝ ਲੈਣਾ ਇੰਪੋਰਟੈਂਟ ਹੈ। ਔਰ ਜੌਨ ਡਿਊਵੀ ਕੀ ਸੀ, ਫਿਲਾਸਫਰ ਸੀਗੇ। ਪ੍ਰੋਗਰੈਸਿਵ ਐਜੂਕੇਸ਼ਨ ਦਾ ਕਨਸੈਪਟ ਇਹਨਾਂ ਨੇ ਦਿੱਤਾ। ਕੋਲੈਬੋਰੇਟਿੰਗ ਲਰਨਿੰਗ ਦੇ ਬਾਰੇ ਸਾਨੂੰ ਦੱਸਿਆ। ਫਰੈਡਰਿਕ ਫਰੋਬਲ ਨੇ KG ਸਕੂਲ 'ਚ ਇਨਵੈਂਸ਼ਨ ਕੀਤੀ, ਠੀਕ ਹੈ। ਕਿੰਡਰਗਾਰਟਨ ਸਕੂਲ ਜਿਹੜੇ ਨੇ ਪ੍ਰੀ ਸਕੂਲ ਦੀ ਐਜੂਕੇਸ਼ਨ ਦਿੱਤੀ ਜਾਵੇ, ਇਹ ਗੱਲ ਇਹਨਾਂ ਨੇ ਕਹੀ। ਔਰ ਬॉल्स, वुडन ब्लॉक्स, टाइल्स, प्ले ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ। ਰੂਸੋ ਨੇ ਇਮਾਈਲ ਨਾਂ ਦੀ ਬੁੱਕ ਲਿਖੀ। ਨੈਚੁਰਲਿਸਟਿਕ ਸੀ, ਮੰਨਣਾ ਸੀ ਕਿ ਜਿਹੜੇ ਨੇਚਰ ਹੈ ਉਹ ਹੀ ਕਾਫੀ ਹੈ ਬੱਚੇ ਨੂੰ ਸਿਖਾਉਣ ਦੇ ਲਈ, ਠੀਕ ਹੈ। ਉਸਨੂੰ ਇਨਵਾਇਰਮੈਂਟ ਦੇ ਸੁਸਾਇਟੀ ਦੇ ਵਿੱਚ ਨਾ ਭੇਜਿਆ ਜਾਵੇ, ਠੀਕ ਹੈ। ਔਰ ਮੋਂਟੈਂਸਰੀ ਕੀ ਕਹਿੰਦੇ ਸੀ, ਚਿਲਡਰਨ ਕੀ ਨੇ ਸੋਰਸ ਆਫ ਨੌਲੇਜ ਨੇ, ਇੰਡੀਵਿਜੂਅਲ ਲਰਨਰ ਨੇ, ਟੀਚਰ ਕੀ ਇੱਕ ਗਾਈਡ ਹੈ, ਔਰ ਜਿਹੜੇ ਇੰਸਟਰਕਟਰ ਨੇ ਪੜ੍ਹਾਉਣ ਵਾਲੇ ਨੂੰ ਗ੍ਰੈਜੂਏਟ ਨੇ ਫਰੋਮ ਸੋਸ਼ਲ ਟ੍ਰੇਨਿੰਗ ਪ੍ਰੋਗਰਾਮ ਤੋਂ ਹੋਣੇ ਚਾਹੀਦੇ ਨੇ, ਐਫੀਲੀਏਸ਼ਨ ਕਿਸ ਤੋਂ ਹੋਣਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਮਾਰੀਆ ਮੋਂਟੈਂਸਰੀ ਜੀ ਨੇ ਦੱਸੀਆਂ ਨੇ। ਇਹ ਇੰਪੋਰਟੈਂਟ ਟੌਪਿਕ ਹੈ ਜਿਸ ਨੂੰ ਸਮਝਣਾ ਤੁਹਾਡੇ ਲਈ ਜ਼ਰੂਰੀ ਸੀਗਾ। ਅਗਰ ਵੀਡੀਓ ਪਸੰਦ ਆਈ ਤਾਂ ਆਪਣੇ ਫਰੈਂਡਸ ਤੱਕ ਜ਼ਰੂਰ ਸ਼ੇਅਰ ਕਰਿਓ। ਐਂਡ ਆਲ ਦਾ ਬੈਸਟ ਫॉर योर एग्जाम। थैंक यू सो मच।